सत श्री अकाल जी। मेरा नाम दीपाशा है। मैं VTP BABLE थ्रू गवर्नमेंट सीनियर सैकेंडरी स्कूल निहालखेड़ा विच एग्रीकल्चर वोकेशनल ट्रेनर हाँ। अज असी टॉपिक इंटीग्रेटेड पेस्ट मैनेजमेंट भाव संगठित कीट प्रबंधन बारे डिस्कशन करांगे। सब तो पहला गल करांगे IPM है की। IPM स्टैंड्स फॉर इंटीग्रेटेड पेस्ट मैनेजमेंट भाव संगठित कीट प्रबंधन। ਇਹ ਇੱਕ ਅਜਿਹਾ ਢੰਗ ਹੈ ਜਿਸ ਵਿੱਚ ਵੱਖ-ਵੱਖ ਕੀਟ ਕੰਟਰੋਲ ਤਕਨੀਕਾਂ ਜਿਵੇਂ ਕਿ ਸੱਭਿਆਚਾਰਕ, ਮਸ਼ੀਨੀ, ਜੈਵਿਕ ਅਤੇ ਰਸਾਇਣਕ ਨੂੰ ਸੰਗਠਿਤ ਰੂਪ ਵਿੱਚ ਵਰਤਿਆ ਜਾਂਦਾ ਹੈ, ਜਿਸ ਨਾਲ ਕੀਟਾਂ ਦੀ ਗਿਣਤੀ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ। ਇਹ ਪ੍ਰਬੰਧਨ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸਾਦੇ ਅਤੇ ਆਰਥਿਕ ਸੁਰੱਖਿਅਤ ਤਰੀਕਿਆਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਰਸਾਇਣਿਕ ਤਰੀਕਿਆਂ ਦੀ ਬੇਲੋੜੀ ਵਰਤੋਂ ਕਰਕੇ ਜੋ ਵੀ ਪੈਦਾ ਹੋਈਆਂ ਸਮੱਸਿਆਵਾਂ ਨੇ ਉਹ ਘਟ ਜਾਣ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਸੰਗਠਿਤ ਕੀਟ ਪ੍ਰਬੰਧ ਹੈ ਜਿਸ ਵਿੱਚ ਵੱਖ-ਵੱਖ ਤਰੀਕਿਆਂ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਂਦੀ ਹੈ। ਵੱਖ-ਵੱਖ ਤਰੀਕੇ ਹਨ: ਕਲਚਰਲ ਮੈਥਡ ਭਾਵ ਸੱਭਿਆਚਾਰਕ ਤਰੀਕੇ, ਮਕੈਨੀਕਲ ਮੈਥਡ ਭਾਵ ਮਸ਼ੀਨੀ ਤਰੀਕੇ, ਬਾਇਓਲੋਜੀਕਲ ਕੰਟਰੋਲ ਭਾਵ ਜੈਵ ਵਿਗਿਆਨਿਕ ਤਰੀਕੇ, ਕੈਮੀਕਲ ਕੰਟਰੋਲ ਭਾਵ ਰਸਾਇਣਿਕ ਤਰੀਕੇ। ਇਹ ਸਭ ਤਰੀਕੇ ਅਸੀਂ ਡਿਟੇਲ ਵਿੱਚ ਇੱਕ-ਇੱਕ ਕਰਕੇ ਸਮਝਾਂਗੇ। ਸਭ ਤੋਂ ਪਹਿਲਾਂ ਜੀ ਕਲਚਰਲ ਮੈਥਡਸ ਭਾਵ ਸੱਭਿਆਚਾਰਕ ਤਰੀਕੇ। ਕਿਸਾਨੀ ਅਮਲਾਂ ਵਿੱਚ ਕੀਟਾਂ ਦੇ ਨੁਕਸਾਨ ਨੂੰ ਘਟਾਉਣ ਲਈ ਜੋ ਵੀ ਢੁਕਵੇਂ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ ਉਹਨਾਂ ਨੂੰ ਸੱਭਿਆਚਾਰਕ ਤਰੀਕੇ ਕਿਹਾ ਜਾਂਦਾ ਹੈ। ਸੱਭਿਆਚਾਰਕ ਅਮਲ ਨਾਲ ਕਿਸਾਨ ਬਹੁਤ ਸਾਰੇ ਕੀਟਾਂ ਨੂੰ ਅਢੁਕਵਾਂ ਜਲਵਾਯੂ ਅਤੇ ਅਢੁਕਵੇਂ ਜੀਵਨ ਹਾਲਾਤ ਪੈਦਾ ਕਰਕੇ ਮਾਰ ਸਕਦਾ ਹੈ। ਇਹ ਤਰੀਕੇ ਹਨ ਟਿਲੇਜ ਭਾਵ ਖੇਤ ਦੀ ਤਿਆਰੀ ਕਰਨਾ ਜਾਂ ਆਪਾਂ ਕਹਿ ਸਕਦੇ ਹਾਂ ਡੂੰਘਾ ਹੱਲ ਲਵਾਉਣਾ, ਕ੍ਰੌਪ ਰੋਟੇਸ਼ਨ ਭਾਵ ਫਸਲਾਂ ਦੀ ਅਦਲਾ ਬਦਲੀ, ਫੀਲਡ ਸੈਨੀਟੇਸ਼ਨ ਭਾਵ ਖੇਤ ਦੀ ਸਾਫ਼ ਸਫਾਈ, ਟਰੈਪ ਕ੍ਰੌਪਸ ਭਾਵ ਟਰੈਪ ਫਸਲਾਂ ਨੂੰ ਮੁੱਖ ਫਸਲ ਵਿੱਚ ਉਗਾਉਣਾ, ਟਾਈਮ ਆਫ ਸੋਇੰਗ ਭਾਵ ਬਿਜਾਈ ਦੀ ਤਰੀਕ ਦੀ ਲੋੜ ਅਨੁਸਾਰ ਵਿਵਸਥਾ ਕਰਨਾ। ਇਸ ਤਸਵੀਰ ਵਿੱਚ ਅਸੀਂ ਵੇਖ ਰਹੇ ਹਾਂ ਕਿ ਕਿਸਾਨ ਖੇਤ ਨੂੰ ਵਾਹ ਰਿਹਾ ਹੈ ਜਾਂ ਕਹਿ ਸਕਦੇ ਹਾਂ ਟਿਲੇਜ ਕਰ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਧਰਤੀ ਦੀ ਉੱਪਰਲੀ ਤਹਿ ਹੇਠਾਂ ਅਤੇ ਹੇਠਲੀ ਤਹਿ ਉੱਪਰ ਆ ਜਾਂਦੀ ਹੈ। ਜੇਕਰ ਧਰਤੀ ਚੰਗੀ ਤਰ੍ਹਾਂ ਵਾਹ ਦਿੱਤੀ ਜਾਵੇ ਤਾਂ ਮਿੱਟੀ ਦੀ ਹੇਠਲੀ ਪਰਤ 'ਤੇ ਪਏ ਬਹੁਤ ਸਾਰੇ ਕੀਟਾਂ ਦੇ ਆਂਡੇ ਅਤੇ ਪਿਊਪੇ ਉੱਪਰਲੀ ਤਹਿ 'ਤੇ ਆ ਜਾਣਗੇ ਅਤੇ ਸੂਰਜ ਦੀ ਗਰਮੀ ਜਾਂ ਕੁਦਰਤੀ ਦੁਸ਼ਮਣਾਂ ਦੁਆਰਾ ਨਸ਼ਟ ਕਰ ਦਿੱਤੇ ਜਾਣਗੇ। ਦੂਜੀ ਤਸਵੀਰ ਵਿੱਚ ਕ੍ਰੌਪ ਰੋਟੇਸ਼ਨ ਨੂੰ ਦਰਸਾਇਆ ਗਿਆ ਹੈ। ਕ੍ਰੌਪ ਰੋਟੇਸ਼ਨ ਤੋਂ ਸਿੱਧਾ ਭਾਵ ਹੈ ਫਸਲਾਂ ਦੀ ਅਦਲਾ ਬਦਲੀ ਕਰਨਾ। ਹੁਣ ਸਵਾਲ ਇਹ ਹੈ ਕਿ ਫਸਲਾਂ ਦੀ ਅਦਲਾ ਬਦਲੀ ਕਿਵੇਂ ਕੀਟਾਂ 'ਤੇ ਪ੍ਰਭਾਵ ਪਾਉਂਦੀ ਹੈ। ਇਸ ਗੱਲ ਨੂੰ ਸਮਝਣ ਲਈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੁਝ ਕੀਟ ਹੁੰਦੇ ਹਨ ਜੋ ਵਿਸ਼ੇਸ਼ ਫਸਲਾਂ 'ਤੇ ਹੀ ਹਮਲਾ ਕਰਦੇ ਹਨ। ਅਜਿਹੇ ਕੀਟਾਂ ਦੇ ਖਾਤਮੇ ਲਈ ਸਾਨੂੰ ਫਸਲ ਨੂੰ ਬਦਲ ਕੇ ਬੀਜਣਾ ਚਾਹੀਦਾ ਹੈ। ਉਸ ਦਾ ਕਾਰਨ ਇਹ ਹੈ ਕਿ ਜੇਕਰ ਉਹਨਾਂ ਨੂੰ ਵਾਰ-ਵਾਰ ਇੱਕੋ ਧਰਤੀ 'ਤੇ ਆਪਣੀ ਵਿਸ਼ੇਸ਼ ਫਸਲ ਜਿਸ 'ਤੇ ਉਹ ਨਿਰਭਰ ਕਰਦੇ ਹਨ ਮਿਲਦੀ ਰਹੇਗੀ ਤਾਂ ਉਹ ਧਰਤੀ 'ਤੇ ਸਥਾਈ ਹੋ ਜਾਣਗੇ। ਇਸ ਦੇ ਉਲਟ ਜੇਕਰ ਉਹਨਾਂ ਨੂੰ ਉਹ ਵਿਸ਼ੇਸ਼ ਫਸਲ ਨਾ ਮਿਲੇ ਤਾਂ ਉਹ ਉਸ ਖੇਤ ਤੋਂ ਚਲੇ ਜਾਣਗੇ ਜਾਂ ਮਰ ਜਾਣਗੇ। ਅਗਲੀ ਤਸਵੀਰ ਹੈ ਟਰੈਪ ਕ੍ਰੌਪਸ ਬਾਰੇ। ਹੁਣ ਪਹਿਲਾਂ ਤਾਂ ਟਰੈਪ ਕ੍ਰੌਪਸ ਹੁੰਦੀਆਂ ਕੀ ਹਨ ਇਹ ਜਾਣਨਾ ਜ਼ਰੂਰੀ ਹੈ। ਜੇਕਰ ਟਰੈਪ ਦੇ ਸ਼ਾਬਦਿਕ ਅਰਥ ਨੂੰ ਵੇਖੀਏ ਤਾਂ ਇਸ ਦਾ ਮਤਲਬ ਹੈ ਜਾਲ। ਨਾਂ ਤੋਂ ਹੀ ਕਲੀਅਰ ਹੁੰਦਾ ਹੈ ਕਿ ਇਹ ਉਹ ਫਸਲਾਂ ਹਨ ਜਿਨ੍ਹਾਂ ਨੂੰ ਬੀਜ ਕੇ ਅਸੀਂ ਕੀਟਾਂ ਲਈ ਇੱਕ ਜਾਲ ਵਿਛਾ ਰਹੇ ਹਾਂ ਤਾਂ ਜੋ ਉਹਨਾਂ ਨੂੰ ਕੰਟਰੋਲ ਕਰ ਸਕੀਏ। ਦਿੱਤੀ ਗਈ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਚਕਾਰ ਬੀਜੀ ਫਸਲ ਨੂੰ ਮੇਨ ਕ੍ਰੌਪ ਕਿਹਾ ਗਿਆ ਹੈ ਭਾਵ ਜਿਸ ਨੂੰ ਅਸੀਂ ਇਕਨੋਮਿਕ ਹੀਲਡ ਲੈਣ ਲਈ ਬੀਜਿਆ ਹੈ, ਅਤੇ ਉਸ ਦੇ ਚਾਰੇ ਪਾਸੇ ਇੱਕ ਬੋਰਡਰ ਵਿੱਚ ਬੀਜੀ ਫਸਲ ਨੂੰ ਟਰੈਪ ਕਿਹਾ ਗਿਆ ਹੈ। ਹੁਣ ਟਰੈਪ ਫਸਲ ਇੱਕ ਅਜਿਹੀ ਫਸਲ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਕੀਟ ਨੂੰ ਆਪਣੇ ਵੱਲ ਮੇਨ ਕ੍ਰੌਪ ਨਾਲੋਂ ਵਧੇਰੇ ਆਕਰਸ਼ਿਤ ਕਰਦੀ ਹੈ। ਜਿਸ ਕਾਰਨ ਕੀਟ ਮੇਨ ਫਸਲ ਨੂੰ ਛੱਡ ਕੇ ਟਰੈਪ ਫਸਲ ਵੱਲ ਰੁਖ ਕਰ ਜਾਂਦੇ ਹਨ। ਟਰੈਪ ਫਸਲ ਦਾ ਏਰੀਆ ਘੱਟ ਹੋਣ ਕਰਕੇ ਇਸ ਏਰੀਆ ਤੋਂ ਕੀਟ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ। ਇਸ ਜਗ੍ਹਾ 'ਤੇ ਅਸੀਂ ਕਿਸੇ ਰਸਾਇਣ ਦੀ ਵਰਤੋਂ ਕਰਕੇ ਜਾਂ ਕਿਸੇ ਹੋਰ ਤਰੀਕੇ ਰਾਹੀਂ ਕੀਟ ਨੂੰ ਕੰਟਰੋਲ ਕਰ ਸਕਦੇ ਹਾਂ। ਹੁਣ ਆਉਂਦੇ ਹਨ ਮਕੈਨੀਕਲ ਜਾਂ ਮਸ਼ੀਨੀ ਤਰੀਕੇ।
ਇਸ ਤਰੀਕੇ ਵਿੱਚ ਹੱਥ ਦੀ ਕਿਸੇ ਵਿਸ਼ੇਸ਼ ਤਕਨੀਕ ਨਾਲ ਜਾਂ ਕਿਸੇ ਮਸ਼ੀਨ ਦੀ ਵਰਤੋਂ ਕਰਕੇ ਕੀਟਾਂ ਦੀ ਵਸੋਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਜਾਂਦਾ ਹੈ। ਇਹ ਪੁਰਾਣਾ ਤਰੀਕਾ ਹੈ ਜਿਸ ਨੂੰ ਆਮ ਤੌਰ 'ਤੇ ਕਿਚਨ ਗਾਰਡਨ ਜਾਂ ਛੋਟੇ ਫਾਰਮਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਤਰੀਕੇ ਹਨ ਹੈਂਡ ਪਿਕਿੰਗ ਭਾਵ ਹੱਥਾਂ ਨਾਲ ਫੜਨਾ, ਬੈਰੀਅਰ ਭਾਵ ਰੋਕਾਂ ਦੀ ਵਰਤੋਂ ਕਰਨਾ, ਟਰੈਪਿੰਗ ਭਾਵ ਟਰੈਪਾਂ ਦੀ ਵਰਤੋਂ ਕਰਨਾ, ਰੇਡੀਏਸ਼ਨਸ ਭਾਵ ਕਿਰਨਾਂ ਜਿਵੇਂ ਕਿ ਗਾਮਾ ਰੇਜ਼ ਦੀ ਵਰਤੋਂ ਕਰਨਾ। ਦਰਸਾਈ ਗਈ ਤਸਵੀਰ ਵਿੱਚ ਕਿਸਾਨ ਇੱਕ ਜਾਲ ਦੀ ਵਰਤੋਂ ਕਰਕੇ ਪੈਸਟ ਨੂੰ ਫੜ ਰਿਹਾ ਹੈ। ਇਸੇ ਤਰ੍ਹਾਂ ਹੱਥਾਂ ਨਾਲ ਫੜ ਕੇ ਜਾਂ ਜਾਲ ਦੀ ਵਰਤੋਂ ਕਰਕੇ ਕੀਟਾਂ ਨੂੰ ਫੜ ਕੇ ਨਸ਼ਟ ਕੀਤਾ ਜਾ ਸਕਦਾ ਹੈ। ਇਸ ਤਸਵੀਰ ਵਿੱਚ ਬੈਰੀਅਰਸ ਭਾਵ ਰੋਕਾਂ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ। ਵੈਸਲੀਨ ਜਾਂ ਗਰੀਸ ਨਾਲ ਭਰੀ ਸ਼ੀਟ ਅਮਰੂਦ ਅਤੇ ਅੰਬ ਦੇ ਕੀੜਿਆਂ ਅਤੇ ਮਿਲੀਬਗ ਨੂੰ ਰੋਕ ਸਕਦੀ ਹੈ। ਫਿਰ ਆਉਂਦਾ ਹੈ ਟਰੈਪਾਂ ਦੀ ਵਰਤੋਂ ਕਰਨਾ। ਬਹੁਤ ਤਰ੍ਹਾਂ ਦੇ ਟਰੈਪ ਅੱਜ ਕੱਲ੍ਹ ਮਾਰਕੀਟ ਵਿੱਚ ਉਪਲਬਧ ਹਨ। ਦਰਸਾਇਆ ਗਿਆ ਟਰੈਪ ਸਟਿਕੀ ਟਰੈਪ ਹੈ। ਇਹ ਆਪਣੇ ਰੰਗ ਨਾਲ ਵਿਸ਼ੇਸ਼ ਕੀਟਾਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਹਨ। ਜਦ ਕੀਟ ਇਹਨਾਂ 'ਤੇ ਬੈਠਦੇ ਹਨ ਤਾਂ ਇਸ ਉੱਪਰ ਲੱਗੇ ਸਟਿਕੀ ਮਟੀਰੀਅਲ ਕਰਕੇ ਟਰੈਪ ਨਾਲ ਹੀ ਚਿਪਕੇ ਰਹਿ ਜਾਂਦੇ ਹਨ ਅਤੇ ਮਰ ਜਾਂਦੇ ਹਨ। ਅਗਲੇ ਤਰੀਕੇ ਹਨ ਜੀਵ ਵਿਗਿਆਨਿਕ ਤਰੀਕੇ ਜਾਂ ਬਾਇਓਲੋਜੀਕਲ ਮੈਥਡ। ਇਸ ਤਰੀਕੇ ਨਾਲ ਕੀਟਾਂ ਦੇ ਕੁਦਰਤੀ ਦੁਸ਼ਮਣਾਂ ਦੀ ਵਰਤੋਂ ਕਰਕੇ ਕੀਟਾਂ ਨੂੰ ਕੁਦਰਤੀ ਤੌਰ 'ਤੇ ਖ਼ਤਮ ਕੀਤਾ ਜਾ ਸਕਦਾ ਹੈ। ਕੁਦਰਤੀ ਦੁਸ਼ਮਣ ਜੋ ਕੀਟਾਂ ਨੂੰ ਕਾਬੂ ਕਰਨ ਲਈ ਵਰਤੇ ਜਾਂਦੇ ਹਨ ਉਹ ਜੈਵਿਕ ਕੰਟਰੋਲ ਏਜੰਟ ਕਹਾਉਂਦੇ ਹਨ। ਇਹ ਏਜੰਟ ਹਨ ਪੈਰਾਸਾਈਟ। ਪੈਰਾਸਾਈਟ ਉਹ ਜੀਵ ਹੁੰਦੇ ਹਨ ਜੋ ਜਿਸ ਸਰੀਰ ਉੱਪਰ ਰਹਿੰਦੇ ਹਨ ਉਸ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਇਹ ਆਪਣੇ ਹੋਸਟ ਨੂੰ ਮਾਰ ਵੀ ਸਕਦੇ ਹਨ ਅਤੇ ਨਹੀਂ ਵੀ। ਜੇਕਰ ਇਹ ਪੈਰਾਸਾਈਟ ਆਪਣੇ ਹੋਸਟ ਨੂੰ ਮਾਰਨ ਦੀ ਸਮਰੱਥਾ ਰੱਖਦੇ ਹੋਣ ਤਾਂ ਇਹਨਾਂ ਨੂੰ ਪੈਰਾਸੀਟੋਇਡ ਦਾ ਨਾਂ ਦੇ ਦਿੱਤਾ ਜਾਂਦਾ ਹੈ। ਉਦਾਹਰਨ ਲਈ ਟ੍ਰਿਕੋਗਰਮਾ ਚਲੂੰਸਿਸ ਪੈਡੀਸਟੈਮ ਬੋਰਰ ਨਾਂ ਦੇ ਕੀਟ ਦਾ ਪ੍ਰਭਾਵਸ਼ਾਲੀ ਪੈਰਾਸਾਈਟ ਹੈ। ਫਿਰ ਹੈ ਪ੍ਰੀਡੇਟਰਸ। ਪ੍ਰੀਡੇਟਰਸ ਭਾਵ ਸ਼ਿਕਾਰੀ ਜੀਵ। ਇਹ ਉਹ ਜੀਵ ਹਨ ਜੋ ਆਪਣੇ ਹੋਸਟ ਦਾ ਸ਼ਿਕਾਰ ਕਰਦੇ ਹਨ ਅਤੇ ਤੁਰੰਤ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ। ਪ੍ਰੀਡੇਟਰ ਦੀ ਸਭ ਤੋਂ ਆਮ ਉਦਾਹਰਨ ਹੈ ਲੇਡੀ ਬਰਡ ਬੀਟਲ। ਫਿਰ ਆਉਂਦੇ ਹਨ ਮਾਈਕਰੋ ਆਰਗੈਨਿਜ਼ਮਸ ਜਾਂ ਸੂਖਮ ਜੀਵ। ਹੁਣ ਸਵਾਲ ਆਉਂਦਾ ਹੈ ਕਿ ਇਹ ਸੂਖਮ ਜੀਵ ਕਿਵੇਂ ਕੀਟਾਂ ਨੂੰ ਨਸ਼ਟ ਕਰ ਸਕਦੇ ਹਨ। ਕੁਝ ਅਜਿਹੇ ਬੈਕਟੀਰੀਆ, ਵਾਇਰਸ ਅਤੇ ਉੱਲੀ ਹਨ ਜੋ ਕੀਟਾਂ ਵਿੱਚ ਬਿਮਾਰੀ ਪੈਦਾ ਕਰਕੇ ਉਹਨਾਂ ਨੂੰ ਮਾਰ ਦਿੰਦੇ ਹਨ। ਇਸ ਦੀ ਸਭ ਤੋਂ ਆਮ ਉਦਾਹਰਨ ਹੈ ਬੀਟੀ ਕੋਟਨ। ਬੀਟੀ ਕੋਟਨ ਵਿੱਚ ਬੀਟੀ ਬੈਸੀਲਸ ਥੁਰਿੰਜੈਂਸਿਸ ਨਾਂ ਦੇ ਬੈਕਟੀਰੀਆ ਲਈ ਵਰਤਿਆ ਗਿਆ ਹੈ। ਇਹ ਬੈਕਟੀਰੀਆ ਕੋਟਨ ਨੂੰ ਲੱਗਣ ਵਾਲੀ ਸੁੰਡੀ ਵਿੱਚ ਵਿਸ਼ੇਸ਼ ਬਿਮਾਰੀ ਪੈਦਾ ਕਰਕੇ ਉਸ ਨੂੰ ਮਾਰ ਦਿੰਦੀ ਹੈ ਅਤੇ ਇਸ ਤਰ੍ਹਾਂ NPV ਨਾਂ ਦਾ ਇੱਕ ਵਿਸ਼ਾਣੂ ਛੋਲਿਆਂ ਨੂੰ ਲੱਗਣ ਵਾਲੀ ਸੁੰਡੀ ਨੂੰ ਮਾਰ ਦਿੰਦਾ ਹੈ। ਇਸ ਤਸਵੀਰ ਵਿੱਚ ਇਹਨਾਂ ਜੈਵਿਕ ਏਜੰਟਾਂ ਨੂੰ ਉਦਾਹਰਨਾਂ ਦੇ ਕੇ ਸਪਸ਼ਟ ਕੀਤਾ ਗਿਆ ਹੈ। ਇਹ ਕੁਝ ਪ੍ਰੀਡੇਟਰਸ ਦੀਆਂ ਉਦਾਹਰਨਾਂ ਹਨ। ਫਿਰ ਆਉਂਦੇ ਹਨ ਕੈਮੀਕਲ ਮੈਥਡਸ ਜਾਂ ਰਸਾਇਣਿਕ ਤਰੀਕੇ। ਇਸ ਤਰੀਕੇ ਨੂੰ ਆਖਰੀ ਪਹੁੰਚ ਕਿਹਾ ਜਾਂਦਾ ਹੈ। ਇਹ ਇੱਕ ਜਲਦੀ ਕੰਮ ਕਰਨ ਵਾਲਾ ਪ੍ਰਭਾਵੀ ਤਰੀਕਾ ਹੈ। ਹਰ ਤਰ੍ਹਾਂ ਦੇ ਕੀਟਾਂ ਦਾ ਖਾਤਮਾ ਸੱਭਿਆਚਾਰਕ, ਮਸ਼ੀਨੀ ਜਾਂ ਜੈਵਿਕ ਤਰੀਕਿਆਂ ਨਾਲ ਨਹੀਂ ਕੀਤਾ ਜਾ ਸਕਦਾ। ਅਜਿਹੇ ਹਾਲਾਤਾਂ ਵਿੱਚ ਰਸਾਇਣ ਆਖਰੀ ਹਥਿਆਰ ਹਨ। ਇਹ ਰਸਾਇਣ ਬਾਕੀ ਤਰੀਕਿਆਂ ਦੇ ਮੁਕਾਬਲੇ ਸਸਤੇ, ਅਸਰਦਾਇਕ ਅਤੇ ਵਰਤਣ ਵਿੱਚ ਸੌਖੇ ਤਾਂ ਹਨ ਪਰ ਇਹਨਾਂ ਦੀ ਦੁਰਵਰਤੋਂ ਦੇ ਬਹੁਤ ਨੁਕਸਾਨ ਵੀ ਹਨ। ਫਸਲਾਂ ਦੇ ਬਚਾਅ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀਆਂ ਕਿਸਮਾਂ ਹਨ। ਪਹਿਲਾ, ਇਨਸੈਕਟੀਸਾਈਡ ਭਾਵ ਕੀਟਨਾਸ਼ਕ। ਇਹਨਾਂ ਦੀ ਵਰਤੋਂ ਕੀਟਾਂ ਦੇ ਖਾਤਮੇ ਲਈ ਹੁੰਦੀ ਹੈ। ਉਦਾਹਰਨ ਮੈਲਾਥੀਓਨ। ਦੂਜਾ ਹੈ ਫੰਜਾਈਸਾਈਡ ਭਾਵ ਉੱਲੀਨਾਸ਼ਕ। ਇਹਨਾਂ ਨੂੰ ਉੱਲੀ ਲਈ ਵਰਤਿਆ ਜਾਂਦਾ ਹੈ। ਉਦਾਹਰਨ ਥੀਰਮ। ਤੀਜੇ ਹਨ ਰੋਡੈਂਟੀਸਾਈਡ। ਇਹਨਾਂ ਨੂੰ ਰੋਡੈਂਟਸ ਭਾਵ ਚੂਹੇ ਆਦਿ ਲਈ ਵਰਤਿਆ ਜਾਂਦਾ ਹੈ। ਉਦਾਹਰਨ ਜ਼ਿੰਕ ਫੋਸਫਾਈਡ। ਚੌਥੇ ਹਨ ਵੀਡੀਸਾਈਡ। ਇਹ ਨਦੀਨਨਾਸ਼ਕ ਹੁੰਦੇ ਹਨ। ਉਦਾਹਰਨ ਲਈ 2,4-D ਬਿਊਟਾਕਲੋਰ। ਇਹ ਤਸਵੀਰ ਵਿੱਚ ਕਿਸਾਨ ਕੈਮੀਕਲ ਮੈਥਡ ਦੀ ਵਰਤੋਂ ਕਰ ਰਿਹਾ ਹੈ। ਇਸ ਤਰੀਕੇ ਦੀ ਵਰਤੋਂ ਕਰਨ ਤੋਂ ਪਹਿਲਾਂ ਮਨੁੱਖ ਦੀ ਸਿਹਤ ਨੂੰ ਧਿਆਨ 'ਚ ਰੱਖਣਾ ਇੱਕ ਜ਼ਰੂਰੀ ਗੱਲ ਹੈ। ਇਹਨਾਂ ਦੀ ਬੇਲੋੜੀ ਵਰਤੋਂ ਮਨੁੱਖਤਾ ਲਈ ਅਤੇ ਪਸ਼ੂਆਂ ਲਈ ਖਤਰਾ ਬਣ ਸਕਦੇ ਹਨ। ਥੈਂਕਸ।